ਤੇ ਮੈਂ ਐਵੇਂ ਨਾ ਤਾਂ ਧੌਣ ਚੁੱਕੀ ਤੇ ਮੈਨੂੰ ਇਹ ਫੈਰ ਨਾ ਗਿਆ। ਤੇ ਉਦੋਂ ਸਾਨੂੰ ਵੱਡੇ ਜਿਹੜੇ ਪਰੌਂਠੀਆਂ ਦੇਸੀ ਘਿਓ ਦੀਆਂ ਤੇ ਨਾਲ ਮੱਖਣ ਤੇ ਨਾਲ ਸ਼ੱਕਰ ਤੇ ਨਾਲ ਇੱਕ ਅੰਬੀ ਦੀ ਫਾੜੀ ਤੇ ਇੱਕ ਲਸੂੜਾ। ਹਾਂਜੀ, ਉਦੋਂ ਸਾਡੀ ਖੁਰਾਕ ਇਹ ਸੀ, ਲੱਸੀ ਰੱਜ ਕੇ ਪੀਣੀ, ਜੱਗ ਲੱਸੀ ਦਾ ਪੀ ਜਾਣਾ। ਮੈਂ ਆਪ ਮੇਥੋਂ ਦੂਸਰੇ ਥਾਂ ਵੱਡਾ ਭਰਾ ਸੀ, ਅੱਧਾ ਕਿਲੋ ਘਿਓ ਪੀ ਕੇ ਤੇ ਹਜ਼ਮ ਕਰ ਛੱਡਦਾ ਹੁੰਦਾ ਸੀ। ਚੇਤਰ, ਵਿਸਾਖ, ਜੇਠ, ਹਾੜ, ਸੌਣ, ਭਾਦਰੋਂ, ਅੱਸੂ, ਕੱਤੇ, ਮੱਘਰ, ਪੋਹ, ਮਾਘ, ਫੱਗਣ ਤੇ ਭੌਂਗੇ ਚੇਤਰ ਆ ਗਿਆ, ਸਾਲ ਹੋ ਗਿਆ। आऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम। ਮੇਰੀ ਤਾਰੀਖ 1940 ਦੀ ਹੈ। ਸਾਡਾ ਪਿੰਡ ਦਾ ਨਾਮ ਹੈ ਸੌਵਾਲ, ਉੱਥੇ ਸਾਡਾ ਰਕਬਾ ਹੈ। ਅਤੇ ਅੱਬੂ ਮੇਰੇ ਜਿਹੜੇ ਨੇ ਨਾ ਉਹ ਨੰਬਰਦਾਰ ਸਨ। ਨੰਬਰਦਾਰ ਇਹ ਹੁੰਦਾ ਕਿ ਉਹ ਜਿਤਨੀਆਂ ਲੋਕਾਂ ਦੀ ਜ਼ਮੀਨ, ਜਿਹੜਾ ਜ਼ਿਮੀਂਦਾਰ ਹੁੰਦਾ, ਜਿਨ੍ਹਾਂ ਦੀ ਜ਼ਮੀਨ ਹੋਏ ਉਹਨਾਂ ਦੇ ਜ਼ਿਮੀਂਦਾਰ, ਉਹਨਾਂ ਕੋਲ ਟੈਕਸ ਲੈ ਕੇ ਨਾ ਤੇ ਜਨਾਬ ਉਹ ਨਾਰੋਵਾਲ ਤਹਿਸੀਲਦਾਰ ਨੂੰ ਜਮ੍ਹਾਂ ਕਰਾਉਂਦੇ ਸਨ। 6 ਮਹੀਨੇ ਤੋਂ ਬਾਅਦ ਸਾਲ 'ਚ 2 ਵਾਰੀ ਟੈਕਸ ਜਮ੍ਹਾਂ ਕਰਾਉਣ ਜਾਂਦੇ ਸਨ। ਜਮ੍ਹਾਂ ਕਰਾ ਕੇ ਤਾਂ ਉਹ ਵਾਪਸ ਆਏ ਨੇ ਅਤੇ ਨਾਰੋਵਾਲ ਇੱਕ ਮਰੱਬੀ ਸਾਹਿਬ ਉਹਨਾਂ ਨੂੰ ਮਿਲੇ ਨੇ ਅਤੇ ਉਹਨਾਂ ਨੇ ਅੱਬੇ ਮੇਰੇ ਨੂੰ ਤਕਰੀਰ ਕਰਨੀ ਸ਼ੁਰੂ ਕਰ ਦਿੱਤੀ ਅਹਿਮਦੀਅਤ ਦੀ। ਤਾਂ ਅੱਬਾ ਜੀ ਨੇ ਮੇਰੇ ਨੇ ਕਿਹਾ ਕਿ ਯਾਰ ਮੈਂ ਚਿੱਟਾ ਅਨਪੜ੍ਹ ਹਾਂ ਅਤੇ ਮੈਨੂੰ ਵੇਖ ਲਈ ਕੱਲ੍ਹ ਨੂੰ ਰੋਜ਼ ਮੈਸ਼ਰ ਨੂੰ ਮੈਨੂੰ ਕੋਈ ਜ਼ਿਆਦਤੀ ਨਾ ਮੇਰੇ ਨਾਲ ਹੋਏ। ਮਰੱਬੀ ਸਾਹਿਬ ਨੇ ਆਖਿਆ ਨਹੀਂ ਬੇਫਿਕਰ ਹੋ ਜਾਓ ਤੁਸੀਂ, ਇਨਸ਼ਾ ਅੱਲਾਹ ਤਾਲਾ ਮੈਂ ਜਿਹੜੀ ਵੀ ਗੱਲ ਕਰਾਂਗਾ ਨਾ ਬਿਲਕੁਲ ਤੁਹਾਡੇ ਨਾਲ ਸਹੀ ਇਮਾਨਦਾਰੀ ਨਾਲ ਕਰਾਂਗਾ। ਉਹ ਫਿਰ ਅੱਬਾ ਜੀ ਨੇ ਅਹਿਮਦੀਅਤ ਕਬੂਲ ਕਰ ਲਈ ਅਤੇ ਫਿਰ ਅਸੀਂ 7 ਭਰਾ ਸਾਂ, ਜਿਨ੍ਹਾਂ ਵਿੱਚੋਂ ਤਿੰਨ ਪੈਦਾਇਸ਼ੀ ਅਹਿਮਦੀ ਹੋ ਗਏ ਅਤੇ 4 ਨੇ ਬੈਤ ਕਰ ਲਈ ਕਾਦੀਆਨ। ਔਰ ਕਾਦੀਆਨ ਦੇ ਜਲਸਾ ਅੱਬਾ ਜੀ ਅਤੇ ਭਰਾ ਮੇਰੇ ਵੀ ਵਿੰਦੇ ਰਹੇ ਅਤੇ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਅਸੀਂ ਪਿੰਡ 'ਚ ਸਾਡਾ ਇਕੱਲਾ ਹੀ ਘਰ ਅਹਿਮਦੀਆਂ ਦਾ ਸੀ। ਪੂਰੇ ਇਲਾਕੇ ਦੇ ਪਿੰਡ ਜਿੰਨੇ ਸਨ ਸਾਰੇ ਗੈਰ ਅਹਿਮਦੀ ਸਨ ਅਤੇ ਅੱਬਾ ਜੀ ਬੜੇ ਇਨਸਾਫ ਨਾਲ ਫੂਸਲੇ ਕਰਦੇ ਹੁੰਦੇ ਸਨ। ਸਾਡਾ ਹੀ ਉਹ ਹਵੇਲੀ ਸੀ, ਥੱਲੇ ਇੱਕ ਬੈਠਕ ਸੀ 5 ਪੱਖੇ, ਇੱਕ ਉਹਦੇ ਉੱਤੇ ਬੈਠਕ ਸੀ 5 ਪੱਖੇ, ਪਿਛਾਂ ਨੂੰ ਇੱਕ ਕੁੜ ਸੀ ਜਿਹਦੇ ਵਿੱਚ ਡੰਗਰ ਬੰਨੀ ਦੇ ਨੇ ਅਤੇ ਇੱਕ ਅੱਗੇ ਢਾਰਾ ਸੀ ਜਿਹਦੇ ਵਿੱਚ ਖੁਰਲੀ ਵੱਡੀ ਬਣੀ ਸੀ, ਮੀਂਹ ਕਣੀ 'ਚ ਉਹਦੇ ਪੱਠੇ ਪੁੱਠੇ ਪਾਉਂਦੇ ਸਨ। ਅਤੇ ਅੱਗੇ ਨਾਲ ਹੀ ਸਾਡਾ ਇੱਕ ਢੱਗੇ ਵਾਲਾ ਟੋਕਾ ਸੀ, ਉਹਦੇ ਉੱਤੇ ਕਾਂਜਣ ਪਾਈ ਸੀ ਜਿਵੇਂ ਖੂਹ ਦੇ ਉੱਤੇ ਪਾਈ ਹੁੰਦੀ ਹੈ। ਅਤੇ ਸਾਡੇ ਨਾਲ 4 ਸਾਈ ਹੁੰਦੇ ਸਨ ਆਪਣੇ ਪਿੰਡ ਦੇ ਹੀ। ਸਾਡੇ ਪਿੰਡ 'ਚ ਸਾਈਆਂ ਦੇ 40 ਘਰ ਸਨ। ਬਾਰਡਰ 'ਤੇ ਸਾਡਾ ਪਿੰਡ ਸੀ ਅਤੇ ਦਰਿਆ ਰਾਵੀ ਸਾਨੂੰ ਲੱਗਦਾ ਅਤੇ ਉਹ ਫਿਰ ਉਹਦੇ 'ਚ ਫਲੱਡ ਆਉਂਦੇ ਰਹੇ, ਫਸਲ ਕਦੀ ਮਾਰੀ ਜਾਣੀ ਅਤੇ ਕਦੀ ਬਚ ਜਾਣੀ। ਫਿਰ ਇੱਕ 88 'ਚ ਬੜਾ ਹੜ੍ਹ ਵੱਡਾ ਆਇਆ, ਫਿਰ ਪਿੰਡ ਵਾਲਾ ਰਕਬਾ ਦਰਿਆ ਬੁਰਦ ਹੋ ਗਿਆ। ਫਿਰ ਅਸੀਂ ਸਾਡੀ ਰਈਏ 'ਚ ਬੈ ਰਕਬਾ ਸੀ, ਸਾਡੇ ਅੱਬੇ ਨੇ ਖਰੀਦਿਆ। ਬੈ ਯਾਨੀ ਇਹ ਕੀਮਤਨ ਖਰੀਦਿਆ ਸੀ। ਬੈ ਦਾ ਮਤਲਬ ਹੁੰਦਾ ਕੀਮਤ ਦੇ ਕੇ ਰਕਬਾ ਖਰੀਦ ਲੈਣਾ। ਉਹ ਪਹਿਲੇ ਰਕਬਾ ਜਿਹੜਾ ਸੀ ਉਹ ਜੱਦੀ ਸਾਡਾ ਰਕਬਾ ਪਿਓ ਦਾਦੇ ਤੋਂ ਵਿਰਾਸਤ, ਲੇਕਿਨ ਉਹ ਵੀ ਤੁਹਾਡਾ ਹੀ ਸੀਗਾ। ਉਹ ਵੀ ਸਾਡਾ ਹੀ ਸੀ। ਉਹ ਦਰਿਆ ਬੁਰਦ ਹੋ ਗਿਆ, ਰਾਵੀ ਨੇ ਕਰ ਦਿੱਤਾ ਅਤੇ ਫਿਰ ਦੂਸਰੇ ਪਿੰਡ 'ਚੋਂ ਕੋਈ ਰਕਬਾ ਖਰੀਦਿਆ ਸੀ। 2 ਪਿੰਡਾਂ 'ਚ ਹੋਰ ਸੀ, ਨਾਰੰਗ ਚਾਣੇ ਅਤੇ ਉੱਥੇ ਰਈਏ 'ਚ। ਉਹ ਅਸੀਂ ਕੋਈ 3 ਭਰਾ ਨਾਰੰਗ ਵਾਲੇ 'ਚ ਆ ਗਏ, 4 ਉੱਥੇ ਆ ਗਏ। ਹਾਂਜੀ, ਫਿਰ ਅੱਲਾ ਕਰਮ ਕੀਤਾ ਅਤੇ 88 'ਚ ਬੜਾ ਵੱਡਾ ਹੜ੍ਹ ਆਇਆ ਅਤੇ ਉਹਦੇ 'ਚ ਅਸੀਂ ਉਹ ਪਹਿਲੇ ਮਜ਼ਾਰੇ ਜਿਹੜੇ ਮੁੰਜੀ ਲਾ ਕੇ ਟੁਰ ਗਏ ਸਨ ਅਤੇ ਦੂਸਰੇ ਆਏ ਕੋਈ ਨਾ ਸਨ। ਮੈਂ ਅਤੇ ਮੇਰਾ ਮੁੰਡਾ ਤਾਹਿਰ ਉਹਦਾ ਨਾਮ ਹੈ, ਉਦੋਂ 10ਵੀਂ 'ਚ ਪੜ੍ਹਦਾ ਸੀ। ਉੱਥੇ ਮੇਰੀ ਸਾਈ ਦਾ ਮੁੰਡਾ ਸੀ, ਉਹ 2 ਮੱਝਾਂ ਮੈਂ ਰੱਖੀਆਂ ਨੇ ਉੱਥੇ ਅਤੇ ਉਹ ਪੱਠਾ ਪੁੱਠੇ ਪਾਉਂਦਾ ਸੀ ਅਤੇ ਦੁੱਧ ਧਾਰਾਂ ਕੱਢ ਕੇ ਅਤੇ ਉੱਥੇ ਗਰਮ ਧਰ ਜਾਂਦਾ ਸੀ ਗੋਹਿਆਂ 'ਤੇ। ਗੋਹੇ ਜਿਹੜੇ ਗੋਹਾ ਕਰਦੇ ਨੇ ਮੱਝਾਂ, ਉਹਨਾਂ ਨੂੰ ਪੱਥ ਕੇ ਅਤੇ ਉਹ ਸੁਕਾ ਕੇ ਅਤੇ ਉਹ ਫਿਰ ਉਹ ਬਾਲੀ ਦੇ ਸਨ।
तो थले भन के ते उत्ते वो दुध पा के वड्डे काढ़नी च ते ਉਹ ਉੱਤੇ ਗਰਮ ਧਰ ਦਿੰਦੇ ਸਨ। ਤੇ ਉਹ ਧਰ ਕੇ ਤੇ ਜਿਉਂ ਜਾਂਦੇ ਸਨ ਅਸੀਂ ਪਾਸ ਮੈਂ ਗੱਡੀ ਦਾ ਬਣਵਾਇਆ ਹੁੰਦਾ ਸੀ ਉੱਥੇ ਬਦਮਲੀ ਰੈਸ਼ ਲੈਂਦੀ ਸੀ ਉਹ ਹੜ੍ਹਾਂ ਦੀ ਵਜ੍ਹਾ ਤੋਂ ਨਾਲੇ ਉੱਥੇ ਫਿਰ ਨਾ ਅਸੀਂ ਗਏ ਆ ਉਹ ਪਿੰਡ ਚਲਾ ਗਿਆ ਤੇ ਬਾਰਿਸ਼ ਬੜੀ ਸ਼ੁਰੂ ਹੋ ਗਈ ਲਗਾਤਾਰ ਬੜੀ ਬਾਰਿਸ਼ ਹੋਈ ਬੜੀ ਪਾਣੀ ਗੋਡੇ ਗੋਡੇ ਉਹ ਪੈਲੀਆਂ ਦੇ ਵਿੱਚ ਖਲੋ ਗਿਆ ਤੇ ਤਾਹਿਰ ਮੇਰਾ ਬੇਟਾ ਬਾਹਰ ਨਿਕਲਿਆ ਮੁੰਡਾ ਮੇਰਾ ਬਾਹਰ ਨਿਕਲਿਆ ਉਹਨੇ ਆਖਿਆ ਬਾਈ ਉਹ ਕੁੱਲਾ ਇੱਕ ਪਿੰਡ ਸਾਡੇ ਤੋਂ ਆਪਣਾ ਦੱਖਣ ਵਾਲੀ ਬਾਈ ਤੇ ਉਧਰ ਉਹਨੇ ਕੁੱਲਾ ਗਾਉਂ ਇੱਕ ਪਿੰਡ ਹੈ ਕੁੱਲਾ ਪਿੰਡ ਇਹਨੂੰ ਪਤਾ ਕੁੱਲਾ ਪਿੰਡ ਹੈ ਸਾਡੇ ਨਾਰੰਗ ਚਾਣਾ ਕੁੱਲਾ ਭੈਣੀਆਂ ਸਾਡੇ ਇਲਾਕੇ ਦੇ ਪਿੰਡਾਂ ਦਾ ਨਾਂ ਹੈ ਵਧਾਈ ਚੀਮਾ ਸਾਡੇ ਪਿੰਡ ਦਾ ਨਾਂ ਸੀ ਸੌਵਾਲ ਵਧਾਈ ਚੀਮਾ ਬੁਰਦ ਹੋ ਗਿਆ ਭੈਣੀਆਂ ਵੀ ਅੱਧੀਆਂ ਬੁਰਦ ਹੋ ਗਈਆਂ ਆਪਣਾ ਸਲਾਬ 'ਚ ਬੁਰਦ ਹੋ ਗਈਆਂ ਫਿਰ ਖਲਚੀਆਂ ਜਿਹੜੀਆਂ ਸਾਰੀਆਂ ਮੁੱਲਾਂ ਦੀਆਂ ਹਨ ਖਲਚੀਆਂ ਖਲਚੀਆਂ ਪੰਜਾਬੀ ਪਿੰਡ ਹੈ ਖਲਚੀਆਂ ਦਾ ਨਾਂ ਖਲਚੀਆਂ ਦਾਈ ਵਾਲਾ ਫੈਜ਼ਪੁਰਾ ਇਹ ਸਾਰੇ ਪਿੰਡ ਸਾਡੇ ਇਲਾਕੇ ਦੇ ਨੇ ਮਿਆਦੀਆਂ ਅੱਛਾ ਮੇਰੀ ਗੱਲ ਸੁਣੋ ਹਾਂਜੀ ਇਹ ਤੁਸੀਂ ਸਾਰਾ ਸੁਣਾ ਰਹੇ ਹੋ ਵਾਕਿਆ ਮਾਸ਼ਾਅੱਲਾ ਸਲਾਬ ਵੀ ਆ ਗਿਆ ਤੁਹਾਡੇ ਜਿਹੜੇ ਬਜ਼ੁਰਗਾਂ ਨੇ ਬੈਅਤ ਕੀਤੀ ਸੀਗੀ ਉਹਨਾਂ ਦਾ ਨਾਮ ਸੀਗਾ ਦੱਸਿਆ ਚੌਧਰੀ ਕਰਮਦੀਨ ਸਾਹਿਬ ਦੇ ਵਾਲਿਦ ਸਾਹਿਬ ਦਾ ਕੀ ਨਾਮ ਸੀਗਾ ਕਾਦਰ ਬਖਸ਼ ਅੱਛਾ ਉਹ ਪਰਦਾਦਾ ਹਨ ਤੁਹਾਡੇ ਉਹ ਸਾਡੇ ਯਾਨੀ ਦਾਦਾ ਸਨ ਤੁਹਾਨੂੰ ਆਪਣੀ ਦਾਦਾ ਪੜਦਾਦੇ ਦਾ ਨਾਮ ਬਾਗਦੀਨ ਸੀ ਅੱਛਾ ਉਹਨਾਂ ਦਾ ਵੀ ਨਾਮ ਯਾਦ ਹੈ ਮੈਨੂੰ ਯਾਦ ਹੈ ਕਿਉਂਕਿ ਮੇਰਾ ਪੋਤਰਾ ਹੈ तो मैं सारा लिख के ना एक ਚੱਠਾ ਬਣਾ ਕੇ ਦਿੱਤਾ ਪਿਓ ਦਾਦਿਓਂ ਤੁਰ ਕੇ ਤੇ ਆਪਣੇ ਚਾਚੇ ਵੀ ਤਾਏ ਸਾਰੇ ਬਾਗਦੀਨ ਸਾਹਿਬ ਮੁਸਲਮਾਨ ਸਨ ਹਾਂਜੀ ਸ਼ੁਰੂ ਤੋਂ ਅਸੀਂ ਮੁਸਲਮਾਨ ਪਹਿਲਾਂ ਤੇ ਸਾਰੇ ਸਿੱਖ ਹੀ ਹੁੰਦੇ ਸਨ ਦੱਸਦੇ ਨੇ ਸਾਡੇ ਅੱਬਾ ਜੀ ਕਿ ਪਹਿਲਾਂ ਸਾਰੇ ਕਿ ਮੇਰਾ ਦਾਦਾ ਦਾ ਪਹਿਲਾਂ ਸਾਰੇ ਸਿੱਖ ਸਨ ਫਿਰ ਮੁਸਲਮਾਨ ਹੋ ਗਏ ਤੇ ਫਿਰ ਅਸੀਂ ਤੇ ਪਦਾਸ਼ੀ ਮੁਸਲਮਾਨ ਹੋ ਗਏ ਫਿਰ ਅਸੀਂ ਅਹਿਮਦੀ ਹੋ ਗਏ ਹਾਂਜੀ ਫਿਰ ਅੱਲਾ ਦੇ ਫਜ਼ਲ ਕਰਮ ਨਾਲ ਬੜੇ ਰੰਗ ਲੱਗੇ ਔਰ ਫਿਰ ਮੇਰਾ ਜਿਹੜਾ ਅੱਬਾ ਸੀ ਨਾ ਉਹ ਇਲਾਕੇ ਦੇ ਫੈਸਲੇ ਕਰਦਾ ਸੀ ਤੇ ਜਦੋਂ ਉਹ ਦਰਿਆ ਰਾਵੀ ਲਾਗੇ ਆ ਗਿਆ ਨਾ ਦੋ ਪਿੰਡ ਬੁਰਦ ਕਰਕੇ ਤੇ ਫਿਰ ਉਹ ਬਾਗ ਸੀ ਸਾਡਾ ਉਹਦੇ ਕਿਨਾਰੇ ਤੇ ਇੱਕ ਜਾਮਨੂ ਸੀ ਤੇ ਉਹ ਬਾਗ ਵੇਚ ਦਿੱਤਾ ਤੇ ਵੇਚਿਆ ਤੇ ਜਾਮ ਨੂੰ ਅੱਬਾ ਜੀ ਨੇ ਰਹਿਣ ਦੇ ਸਦਕਾ ਜਾਰੀਆ ਹੁੰਦਾ ਉਹਨਾਂ ਨੂੰ ਪੈਸੇ ਵਾਪਸ ਦਿੱਤੇ ਤੋ ਜਦੋਂ ਜ਼ਮੀਨ ਟੈਂਦੀ ਸੀ ਤੇ ਉਦੋਂ ਜਨਾਬ ਉਹ ਜਿਹੜੇ ਆਪਣਾ ਖਲਚੀਆਂ ਦੇ ਲੋਕ ਸਨ ਉਹ ਮੁਗਲ ਸਾਰਾ ਪਿੰਡ ਹੀ ਮੁਗਲਾਂ ਦਾ ਸੀ ਖਲਚੀਆਂ ਦਾ ਤੇ ਉਹ ਆਏ 5-4 ਬੰਦੇ ਤੇ ਉਹਨਾਂ ਨੂੰ ਮੇਰੇ ਅੱਬਾ ਜੀ ਨੂੰ ਆਖਣ ਲੱਗੇ ਗੱਲ ਇਹ ਵੇ ਕਿ ਬਜ਼ੁਰਗੋ ਤੁਸੀਂ ਸਾਡੇ ਸ਼ਰੀਕ ਨੂੰ ਮੰਨਿਆ ਤੇ ਇਹ ਦੱਸੋ ਤੁਹਾਡਾ ਪਿੰਡ ਪਹਿਲਾਂ ਢਹੇਗਾ ਕਿ ਸਾਡਾ ਮੇਰੇ ਅੱਬੇ ਨੇ ਕਿਹਾ ਕਿ ਮੈਂ ਇਹ ਨਹੀਂ ਆਂਦਾ ਸਾਡਾ ਪਿੰਡ ਨਹੀਂ ਢਹੇਗਾ ਤੁਹਾਡਾ ਪਿੰਡ ਪਹਿਲਾਂ ਟਹਿਣਾ ਤੁਸੀਂ ਰੋਜ਼ੀਆਂ ਜੀ ਕੰਜਰੀਆਂ ਨੇ ਚਾਹੁੰਦੇ ਰਹੇ ਹੋ ਯਾਨੀ ਗਵਾਈ ਗਾਣੇ ਸੁਣਦੇ ਰਹੇ ਹੋ ਹਾਂਜੀ ਉਹ ਫਿਰ ਜਨਾਬ ਸਾਡੇ ਪਿੰਡ ਦੀ ਢਾਹ ਹਟ ਕੇ ਤੇ ਖਲਚੀਆਂ ਲੱਗੀ ਖਲਚੀਆਂ ਟਹਿ ਗਈਆਂ ਸਾਡੇ ਪਿੰਡ ਨੇ ਸਾਰੇ ਮਕਾਨ ਢੇੜ ਕੇ ਪਿੱਛੇ ਰੱਖ ਲਿਆ ਤੇ ਰਈਏ ਵਾਲੇ ਰਕਬੇ 'ਚ ਕੁਝ ਨਾਰੰਗ ਚਾਣੇ ਰਕਬੇ 'ਚ ਮਕਾਨ ਬਣਾ ਲਏ ਉਹ ਫਿਰ ਜਨਾਬ ਖਲਚੀਆਂ ਦੇ ਇਸ ਤਰ੍ਹਾਂ ਕਰਕੇ ਸਾਡੇ ਇਲਾਕੇ ਦੇ ਵਧਾਈ ਚੀਮਾ ਇੱਕ ਖਲਚੀਆਂ 2 ਫੈਜ਼ਪੁਰ 3 ਚੌਰੀ ਚਣਾ 4 ਦਊਦ 5 6 ਪਿੰਡ ਇੱਕ ਦਾਈ ਵਾਲਾ ਸਜਦਾ 5-6 ਪਿੰਡ ਦਰਿਆ ਬੁਰਦ ਹੋ ਗਏ ਨੇ ਉੱਥੇ ਬੇਲਾ ਹੋ ਗਿਆ ਹੁਣ ਵੀ ਉੱਥੇ ਜ਼ਮੀਨ ਨਿਕਲੀ ਫਿਰ ਸਾਡੀ ਉਹਨੂੰ ਅਸੀਂ ਫਰੋਖਤ ਕਰ ਦਿੱਤਾ ਠੀਕ ਹੈ ਤੁਸੀਂ ਸਾਹਿਬ ਮੈਨੂੰ ਦੱਸੋ ਤੁਸੀਂ ਕਿ ਤੁਹਾਡੇ ਜਿਹੜੇ ਦਾਦਾ ਜਾ ਸਨ ਹਾਂਜੀ ਬੈਅਤ ਕੀਤੀ ਸੀਗੀ ਅੱਬਾ ਜੀ ਨੇ ਕੀਤੀ ਦਾਦੇ ਨੇ ਅੱਬਾ ਜੀ ਨੇ ਕੀਤੀ ਸੀ ਹਾਂਜੀ ਕਰਮਦੀਨ ਨੇ ਤੇ ਅੱਬਾ ਜੀ ਦੀ ਕਿਹੜੀ ਨੇਕੀ ਸੀ ਜਿਹੜੀ ਅੱਲਾ ਮੀਆਂ ਨੂੰ ਪਸੰਦ ਆਈ ਹੈ ਅੱਲਾਹ ਤਾਲਾ ਨੂੰ ਨੇਕੀ ਉਹ ਵੈਸੇ ਵੀ ਸ਼ੁਰੂ ਤੋਂ ਹੀ ਜਿਉਂ ਦੇ ਨੰਬਰਦਾਰ ਬਣੇ ਸਨ ਇਹ ਯਾਨੀ ਦਾਦਾ ਫੌਤ ਹੋਣ ਤੋਂ ਬਾਅਦ ਨੰਬਰਦਾਰੀ ਮੇਰੇ ਅੱਬੇ ਕੋਲ ਆ ਗਈ ਬਾਅਦ ਮੇਰੇ ਪੜਦਾਦਾ ਫੌਤ ਹੋਏ ਤੇ ਦਾਦੇ ਨੂੰ ਨੰਬਰਦਾਰ ਆਈ ਦਾਦਾ ਫੌਤ ਮੇਰੇ ਅੱਬਾ ਜੀ ਨੂੰ ਮਿਲ ਗਈ ਨੰਬਰਦਾਰੀ 6 ਭਰਾਇਆਂ ਨੰਬਰਦਾਰੀ ਜਿਹੜੀ ਹੁੰਦੀ ਹੈ ਨਾ ਹਮੇਸ਼ਾ ਵੱਡੇ ਪੁੱਤਰ ਨੂੰ ਮਿਲਦੀ ਹੈ ਤੇ ਸਾਡੇ ਅੱਬਾ ਜੀ 6 ਭਰਾ ਸਨ ਇਹਨਾਂ ਨੂੰ ਮਿਲ ਗਈ ਫਿਰ ਅੱਗੋਂ ਹੀ 7 ਭਰਾ ਵਾਂ ਹਾਂਜੀ ਫਿਰ ਸਾਡੇ 'ਚੋਂ ਹੀ ਮੰਮਨ ਮੁੰਸ਼ੀ ਨੰਬਰਦਾਰ ਹਾਲਾਂ ਵੀ ਮੇਰਾ ਭਤੀਜਾ ਨੰਬਰਦਾਰ ਹੈ ਇੱਕ ਵਾਰੀ ਤਾਂ ਮੈਂ ਵਾਕਿਆ ਸੁਣਾਉਣ ਮੈਂ ਚੌਥੀ 'ਚ ਪੜ੍ਹਦਾ ਹਾਂ ਤੇ ਮੈਂ ਤੇ ਇੱਕ ਮੁੰਡਾ ਲੜ ਪਏ ਤੇ ਉਹਨੇ ਮੈਨੂੰ ਫੱਟੀ ਮਾਰੀ ਨਵਾਬ ਦਾ ਮੁੰਡਾ ਫੀਕੋ ਸੀ ਫੀਕੋ ਨੂੰ ਆਂਦੇ ਸਾਂ ਤੇ ਉਹ ਮੇਰਾ ਨਾਂ ਉਹ ਫੱਟੀ ਹੁੰਦੀ ਸੀ ਉਦੋਂ ਅੰਬ ਦੀ ਲੱਕੜੀ ਦੀ ਤੇ ਉਹ ਵਾਵਾ ਰੋਡ ਪਿੰਨੀ 'ਤੇ ਹੋ ਗਿਆ ਤੇ ਮੇਰੀ ਜਿਹੜੀ ਮਾਸੀ ਸੀ ਨਾ ਮਤਰੇਈ ਮਾਂ
ਉਹ ਮੈਨੂੰ ਸੇਕ ਡਈ ਕਰਨ। ਪਹਿਲੀ ਵਾਲਦਾ ਸਾਡੀ ਫੌਤ ਹੋ ਗਈ ਸੀ ਤੇ ਉਹ ਨਾ ਬਈ ਬਾਹਰੋਂ ਆਏ ਨੇ, ਆਂਦੇ ਨੇ ਕਿ ਇਹਨੂੰ ਕੀ ਹੋਇਆ। ਉਹ ਆਂਦੀ ਹੈ ਉਹ ਨਵਾਬ ਦਾ ਮੁੰਡਾ ਫੀਕੂ ਜਿਹੜਾ ਨਾ ਉਹਨੇ ਫੱਟੀ ਮਾਰੀ ਹੈ। ਤੇ ਉਹ ਗੁੱਸੇ 'ਚ ਆ ਕੇ ਉਹਨਾਂ ਨੇ ਕਿਹਾ ਕਿ ਇਹਨੇ ਕੁਝ ਵੀ ਉਹਨੂੰ ਆਖਿਆ ਤਾਂ ਉਹਨੇ ਫੱਟੀ ਮਾਰੀ ਹੈ ਨਾ। ਹਾਂਜੀ, ਫਿਰ ਉਹ ਜਿਹੜਾ ਅਸੀਂ ਸਾਨੂੰ ਕੋਈ ਮਾਰਦਾ ਵੀ ਤਾਂ ਸਾਨੂੰ ਭੌਂ ਕੇ ਫੰਡ ਪੈਂਦੀ ਸੀ। ਮੈਂ ਕਾਦੀਅਨ ਗਿਆ, ਉੱਥੇ ਬਜ਼ੁਰਗਾਂ ਨਾਲ ਮਿਲਿਆ। ਮੈਨੂੰ ਕੁਦਰਤੀ ਇੱਕ ਦਰਵੇਸ਼ ਮਿਲਿਆ, ਉਹਨੇ ਮੈਨੂੰ ਘਰ ਰੱਖਣਾ ਸ਼ੁਰੂ ਕਰ ਦਿੱਤਾ। ਉੱਥੇ ਸਿੱਖ ਆਉਂਦਾ ਪਏ, ਉਹ ਸਾਡੇ ਇਲਾਕੇ ਦੇ ਸਨ। ਉਹ ਫਿਰ ਜਿੰਨੇ ਦਿਨ ਮੈਂ ਰਿਹਾ ਉੱਥੇ ਉਹ ਦੁੱਧ ਦੇ ਜਾਂਦੇ ਰਹੇ ਨੇ, ਗੁੜ ਚੋੜੀਏ ਉਹ। ਹਾਂਜੀ, ਫਿਰ ਮੈਨੂੰ ਉਹਨਾਂ ਨੇ ਅੰਮ੍ਰਿਤਸਰ ਵੀ ਵਿਖਾਇਆ। ਉਹਨਾਂ ਦੀ ਆਪਣੀ ਗੱਡੀ ਸੀ, ਦਰਵੇਸ਼ ਜਿਹੜੇ ਸਨ ਉੱਥੇ। ਫਿਰ ਸੁਬਾਹ ਉੱਠ ਕੇ ਤਈਰ ਪਾਂਡੀ ਬਿਸ਼ਤੀ ਮਕਬਰੇ ਜਾਣਾ। ਉੱਥੇ ਜੋ ਮੇਰੀ ਉਮਰ ਜਦੋਂ 25 ਸਾਲ ਦੀ ਹੋ ਗਈ ਨਾ, ਤੇ ਮੇਰੀ ਸ਼ਾਦੀ ਮਿਆਣਾ ਪਿੰਡ ਇੱਕ ਨਾਰਾਵਾਲ 'ਚ ਤੇ ਉੱਥੇ ਹੋ ਗਈ। ਇਹ ਚੇਤਰ 'ਚ ਮੇਰੀ ਸ਼ਾਦੀ ਹੋਈ ਹੈ ਤੇ ਭਾਦਰੋਂ 'ਚ ਜੰਗ ਲੱਗੀ ਹੈ ਸਾਨੂੰ 1965 ਵਾਲੀ। ਚੇਤਰ ਕੀ ਹੁੰਦਾ ਤੇ ਭਾਦਰੋਂ ਕੀ ਹੁੰਦਾ? ਨਾਲਿਆਂ ਦੇ ਪੰਜਾਬੀ ਦੇਸੀ ਮਹੀਨੇ ਹੁੰਦੇ ਨੇ ਕਿ ਦੇਸੀ ਮਹੀਨੇ ਲੈ ਫੱਗਣ ਚੇਤਰ ਵਿਸਾਖ ਜਦੋਂ ਕਣਕਾਂ ਨਹੀਂ ਸਾਰੇ ਮਹੀਨਿਆਂ ਦਾ ਨਾਮ ਸੁਣਾਓ ਭਲਾ। ਸਾਰੇ ਮਹੀਨੇ ਦਾ ਹੁਣ ਸ਼ੁਰੂ ਕਰ ਦਿੰਦੇ ਆ। ਇਹ ਮਹੀਨਾ ਇਹ ਚੇਤਰ ਵਿਸਾਖ ਜੇਠ ਹਾੜ ਸੌਣ ਭਾਦਰੋਂ ਅਸੂੰ ਕੱਤੇ ਮੱਘਰ ਪੋਹ ਮਾਘ ਫੱਗਣ ਤੇ ਭੌਂਕੇ ਚੇਤਰ ਆ ਗਿਆ। ਸਾਲ ਹੋ ਗਿਆ ਹੈ ਜੀ, ਉਹ ਜੀ ਸਾਲ ਹੋ ਗਿਆ। ਅਸਰਾਂ ਸੀ ਹੁਣ ਵੀ ਨਹੀਂ ਮੈਨੂੰ ਅੰਗਰੇਜ਼ੀ ਅੰਗਰੂਜ਼ੀ ਆਉਂਦੀ ਤੇ ਹੁਣ ਵੀ ਨਾ ਅਸਰਾਂ ਮੈਂ ਪੁੱਛਣਾ ਵਾ ਕਿਤੇ ਜਾਵਾਂ ਸ਼ਾਇਦ ਮੈਨੂੰ ਵਿਖਾਓ ਅਖਬਾਰ ਦੇਸੀ ਮਹੀਨਾ ਕਿੰਨਾ ਅੱਜ। ਉਹ ਫਿਰ ਜਨਾਬ ਭਾਦਰੋਂ 'ਚ ਮੇਰੀ ਸ਼ਾਦੀ ਹੋ ਗਈ ਤੇ ਸੰਨ 65 ਦੀ ਜੰਗ ਲੱਗ ਗਈ। ਤੇ ਉਹ ਫੌਜੀਆਂ ਨੇ ਨਾ ਕਰਨਲ ਇੱਕ ਉਹਨੇ ਜਨਾਬ ਹਰ ਪਿੰਡ ਦੇ 10 ਮੁੰਡੇ ਕੱਢ ਕੇ ਨਾ ਫੌਜੀ ਨੇ ਤੇ ਸਾਨੂੰ ਮਜਾਦ ਫੋਰਸ ਤਿਆਰ ਕੀਤੀ। ਸਾਨੂੰ ਉਹਨਾਂ ਨੇ ਬਾਰਡਰ 'ਤੇ ਮੋਰਚੇ ਨਿਕਲੇ ਸਨ, ਫੌਜ 'ਚ ਭਰਤੀ ਹੋ ਗਏ 10 ਮੁੰਡੇ ਫੌਜੀ ਨੇ ਆ ਕੇ 120 ਬੰਦੇ ਅਸੀਂ ਯਾਨੀ ਜਵਾਨ ਮੁੰਡੇ ਕੱਢ ਕੇ ਉਹਨਾਂ ਨੇ ਭਰਤੀ ਕਰ ਲਏ। ਉਹਨਾਂ ਸਾਡੀ ਬਾਰਡਰ 'ਤੇ ਡਿਊਟੀ ਲਾ ਦਿੱਤੀ। ਬਾਰਡਰ ਸਾਡੇ ਪਿੰਡੋਂ ਤਕਰੀਬਨ 5 ਕਿਲੋਮੀਟਰ ਹੈ। ਉੱਥੇ ਮੋਰਚੇ ਅੱਗੇ ਫੌਜੀਆਂ ਨੇ ਕੱਢੇ ਸਨ। 3 ਮੁੰਡੇ ਅਸੀਂ ਤੇ 2 ਆਪਣਾ ਆਰਮੀ ਦੇ। ਉਹ ਇੱਕ ਮੋਰਚਾ ਸੀ ਬੜੇ ਆ ਤੇ ਉਹ ਉਧਰੋਂ ਇੰਡੀਆ ਦੇ ਫੈਰ ਹੋਣ ਡਏ ਨੇ ਤੇ ਮੈਂ ਐਵੇਂ ਨਾ ਤਾਂ ਧੌਣ ਚੁੱਕੀ ਤੇ ਮੈਨੂੰ ਇਹ ਫੈਰ ਨਾ ਗਿਆ, ਖੂਨ ਵਗਣਾ ਸ਼ੁਰੂ ਹੋ ਗਿਆ। ਉਹ ਮੈਂ ਨਾ ਰੁਮਾਲ ਬੋਝੇ 'ਚ ਹੀ ਰੱਖਣਾ ਹਰ ਵੇਲੇ, ਕਿਉਂਕਿ ਨਮਾਜ਼ ਪੜ੍ਹਨੀ ਹੁੰਦੀ ਕਿਤੇ ਰਾਜ 'ਚ ਜਾਂਦੇ ਸਿਰ 'ਤੇ ਪਾ ਮੈਂ ਇੰਝ ਰੁਮਾਲ ਕੱਢ ਕੇ ਨਾ ਇੰਝ ਤੇ ਬੱਧਾ, ਫਿਰ ਵੀ ਖੂਨ ਛਰ ਜਿਵੇਂ ਬੱਕਰਾ ਹਲਾਲ ਨਹੀਂ ਕਰੀਦਾ ਇਸ ਤਰ੍ਹਾਂ ਆਵਾਜ਼ ਮੈਨੂੰ ਆਏ। ਪਰ ਮੈਂ ਦਲੇਰੀ ਰੱਖੀ, ਅੱਲਾਹ ਤਾਲਾ ਨੇ ਮੈਨੂੰ ਦਲੇਰ ਰੱਖਿਆ। ਉਹ ਨਾ ਫਿਰ ਉਤਰਨ ਉਹਨਾਂ ਦੀ ਫਾਇਰਿੰਗ ਬੰਦ ਹੋ ਗਈ। ਵਿੱਚੋਂ ਉਹ ਫੌਜੀ ਨਿਕਲਿਆ, ਉਹਨੇ ਵੈਲਸ ਕੀਤੀ ਤੇ ਗੱਡੀ ਆਈ ਤੇ ਮੈਨੂੰ ਲੈ ਗਏ ਨੇ। ਫਿਰ ਮੈਨੂੰ 2-3 ਦਿਨ ਬਾਅਦ ਪਤਾ ਲੱਗਾ ਕਿ ਬਦਮਲੀ ਹਸਪਤਾਲ ਸਾਡੇ ਬਦਮਲੀ ਸੀ, ਉੱਥੇ ਮੈਨੂੰ ਨਾਲੀ ਲੱਗੀ ਖੁਰਾਕ ਵਾਲੀ ਤੇ ਧੌਣ ਸਾਰੀ ਸੁੱਜੀ। ਤੇ ਫਿਰ ਮੈਂ ਉੱਥੇ 10-20 ਦਿਨ ਰਿਹਾ ਤੇ ਮੈਂ ਠੀਕ ਹੋ ਗਿਆ। ਫਿਰ ਪਿੰਡ ਚਲੇ ਗਏ। ਫਿਰ ਉਹਨਾਂ ਨੇ ਆਖਿਆ ਕਿ ਤੁਸੀਂ ਤੁਹਾਨੂੰ ਆਰਮੀ 'ਚ ਲੈ ਲੈਂਦੇ, ਤੁਸੀਂ ਦਲੇਰ ਬੜੇ ਹੋ। ਤੋ ਮੈਂ ਆਖਿਆ ਮੈਂ ਨੌਕਰੀ ਕਰਨੀ ਨਹੀਂ, ਅਸੀਂ ਅੱਗੇ ਵਿਹਲੇ ਬੁਹਲੇ ਰਹਿਣਗੇ ਜੇ ਮੈਂ ਐਵੇਂ ਪਾਬੰਦੀ ਨਹੀਂ ਕਰਨੀ। ਇਹ ਚਲੋ ਪਾਕਿਸਤਾਨ ਦੀ ਖਾਤਰ ਤੁਸੀਂ ਖੂਨ ਦਿੱਤਾ ਹੈ, ਆਪਣਾ ਕੁਰਬਾਨੀ ਕਰਨੀ। ਅਤੇ ਉਹਨਾਂ ਆਖਿਆ ਨਹੀਂ ਮੈਂ ਐਵੇਂ ਨਾ 65 ਦੀ ਜੰਗ ਮੇਰੇ ਨਵਾਂ ਵਿਆਹ ਹੋਇਆ। ਮੈਂ ਕਿਹਾ ਨਾ ਫਿਰ 6 ਮਹੀਨੇ ਤੇ ਠੇਰ ਕਰਾਂਦੀ ਰਹਿਣੀ ਹੈ ਮੇਰੀ। ਉਹ ਵਿਚਾਰੀ ਹੋ ਕੇ ਵੇਂਦੀ ਰਹੇਗੀ ਪਿਛਾਂ। ਹਾਂਜੀ, ਉਹ ਸ਼ਾਦੀ ਦੀ ਬਚਤ। ਵੱਡੇ ਭਾਈ ਦਾ ਵੀ ਦੱਸੋ। ਅੱਛਾ, ਵੱਡੇ ਭਾਈ ਦੇ ਜਦੋਂ ਉਹ ਆਪਣਾ ਕਸ਼ਮੀਰ 'ਚ ਨਹੀਂ ਸੀ ਮਜਾਦ ਫੋਰਸ ਕਲਾਈ ਜਮਾਤ ਨੇ ਫਰਕਾਨ ਬਟਾਲੀਅਨ, ਅਤੇ ਮੇਰਾ ਵੱਡੇ ਭਰਾ ਦਾ ਨਾਂ ਸੀ ਬਰਕਤ ਅਲੀ। ਉਹ ਉੱਥੇ ਫਿਰ ਗਏ ਸਨ। ਉੱਥੇ ਉਹ ਰਹਿ ਗਏ 5-6 ਮਹੀਨੇ ਰਹਿ ਕੇ ਆਏ ਸਨ। ਅਤੇ ਜਦੋਂ ਆਏ ਮੈਨੂੰ ਐਡਾ ਮੋਟਾ ਬਾਥੂ ਉਸ ਇਲਾਕੇ ਦਾ ਐਡਾ ਮੋਟਾ ਸੋਟਾ ਜਨਾਬ, ਅਸੀਂ ਉੱਥੇ ਪਿੰਡ ਹੀ ਰਹੇ। ਫਿਰ ਨਾ ਅੱਬਾ ਜੀ ਮੈਨੂੰ ਆਖਣ ਲੱਗੇ ਕਿ ਤੈਨੂੰ ਬਦਮਲੀ ਰਹਿਸ਼ ਲੈ ਦੇਣਾ ਮਕਾਨ। ਉਹਨਾਂ 10,000 'ਚ ਗਹਿਣੇ ਲਿਆ। ਗਹਿਣੇ ਦਾ ਮਕਸਦ ਹੁੰਦਾ ਕਿ ਜਦੋਂ ਉਹ ਸਾਨੂੰ 10,000 ਰੁਪਈਆ ਦੇਣਗੇ ਉਦੋਂ ਉਹਦਾ ਅਸੀਂ ਮਕਾਨ ਖਾਲੀ ਕਰਾਂਗੇ। ਉਹ ਫਿਰ ਉੱਥੇ ਮੈਂ ਚੌਲਾਂ ਦਾ ਕਾਰੋਬਾਰ ਕੀਤਾ। ਫਿਰ ਮੈਂ
ਉੱਥੋਂ ਮਰੀਦ ਕੇ ਆ ਗਿਆ, ਮਰੀਦ ਕੇ ਪੱਠੇ ਦਾ ਕਾਰੋਬਾਰ ਕੀਤਾ। ਭੱਠੇ ਦਾ? ਪੱਠੇ ਦਾ ਉੱਥੇ ਮਰੀਦ ਕੇ ਤੇਰੇ ਨਾਨਾ ਜੀ ਦਾ ਪੱਠਾ ਸੀ ਨਾ, ਤੇ ਉਹਨਾਂ ਠੇਕੇ ਲਿਆ, ਉਹਨਾਂ ਨਾਲ ਹੀ ਸਾਰਾ ਰੱਖ ਲਿਆ ਸੀ ਉੱਥੇ। ਮੁਨਸ਼ੀ ਨੂਰ ਸੈਨ ਸਾਹਿਬ? ਮੁਨਸ਼ੀ ਨੂਰ ਸੈਨ ਸਾਹਿਬ ਉੱਥੇ ਬਿਸ਼ਤੀ ਮਕਬਰੇ ਜਿੱਥੇ ਦਫਨ ਨੇ। ਉਹਨਾਂ ਦੀ ਕੋਈ ਯਾਦ ਤਾਜ਼ਾ ਕੋਈ ਹੈ? ਉਹਨਾਂ ਦੀ ਯਾਦ ਇੰਨੀ ਕੋ ਇਤਨੇ ਕੋ ਅੱਛੇ ਬੰਦੇ ਸਨ, ਏਡੇ ਇਮਾਨਦਾਰ ਸਨ। ਮਾੜਿਆਂ ਦੇ ਉੱਥੋਂ ਭੱਠੇ ਤੋਂ ਇੱਟਾਂ ਦੇ ਕੇ ਤੇ ਮਕਾਨ ਬਣਵਾ ਛੱਡਦੇ ਹੁੰਦੇ ਸਨ। ਇੱਕ ਬੋਦੀ ਬੜਾ ਬਦਮਾਸ਼ ਬੰਦਾ ਸੀ, ਦੋ ਘਿਆਂ ਦਾ। ਮੈਂ ਉੱਥੇ ਭੱਠੇ 'ਤੇ ਬੈਠਾ ਹਾਂ ਤੇ ਮੁਨਸ਼ੀ ਸਾਹਿਬ ਤੇ ਨਜਾਬਤ ਜਿਹੜਾ ਸੀ ਉਹ ਕੋਈ ਨਹੀਂ ਸਣਾ ਲਾਏ, ਤੇ ਆ ਕੇ ਨਾ ਤੇ ਉਹ ਗੱਡੀ 'ਚ ਬੈਠਾ ਤੇ ਉਹ ਏਡੇ ਏਡੇ ਉਹ ਝੋਲੇ ਭਰੇ ਉਹ ਅਸਲੇ ਦੇ। ਤੇ ਇੱਕ ਜਣਾ ਉਹ ਗੱਡੀ 'ਚ ਰਿਹਾ, ਇੱਕ ਜਣਾ ਉਹਦੇ ਨਾਲ ਮੰਜੀ 'ਤੇ ਆ ਗਿਆ। ਉਹਨੇ ਆਖਿਆ ਕਿ ਇੱਟ ਖਾਣੀ ਮੈਂ ਡੇਰਾ ਬਣਾਉਣਾ, ਤੇ ਜੇ ਸਰੇਟ ਦੀ ਇੱਟ ਪਕਾਵੀ ਤੁਹਾਨੂੰ ਪੈਂਦੀ ਹੈ ਨਾ, ਉਹ ਸਰੇਟ ਦੀ ਦੱਸੋ ਮੁਨਸ਼ੀ ਸਾਹਿਬ ਕਿੱਥੇ ਨੇ। ਉਹ ਮੈਂ ਕਿਹਾ ਮੁਨਸ਼ੀ ਸਾਹਿਬ ਦੇਰ ਨਾ ਹੋਣਾ, ਤੇ ਮੈਂ ਮੁਨਸ਼ੀ ਵੀ ਹਾਂ ਤੇ ਮਾਲਕ ਵੀ ਹਾਂ, ਤੂੰ ਦੱਸ ਕੀ। ਉਹਨੇ ਮੈਨੂੰ 20,000 ਰੁਪਈਆ ਦਿੱਤਾ ਕਿ ਇਹ ਇੱਟ ਘੱਲ ਦਿਓ ਜੇ ਸਰੇਟ ਦੀ ਪਕਾਈ ਹੈ। ਉਹਨੂੰ ਜਨਾਬ ਰੇੜੇ ਵਾਲਿਆਂ ਨੇ ਮੈਂ ਆਖਿਆ ਲੈ ਜਾਓ ਇੱਟ। ਉਹਨਾਂ ਆਖਿਆ ਕਿ ਉਹ ਤਾਂ ਕਿਰਾਇਆ ਨਹੀਂ ਦਿੰਦਾ। ਮੈਂ ਆਖਿਆ ਮੈਂ ਕਿਰਾਇਆ ਮੇਰੇ ਕੋਲ ਲੈ ਲਿਓ ਅਤੇ ਉੱਥੇ ਇੱਟ ਲਾਓ। ਉਹ ਜਿੰਨੇ ਕੁ ਪੈਸੇ ਉਹਨਾਂ ਦਿੱਤੇ ਸਨ, ਬੋਦੀ ਬੋਦੀ ਨੂੰ ਉਹਨੇ ਕੋ ਮੈਂ ਉਹ ਘਲਾ ਛੜੀ ਇੱਟ। ਅਤੇ ਅਗਲੇ ਦਿਨ ਆਇਆ ਹੈ ਇੱਟ ਹੋਰ ਦਿਓ। ਮੈਂ ਕਿਹਾ ਹਾਂ ਨਹੀਂ ਦੇਣੀ, ਪੈਸੇ ਦੇ ਜਾ ਅਤੇ ਲੈ ਜਾ। ਉਹਨੇ ਫਿਰ ਇੱਟ ਨਾ ਖੜੀ। ਦਾ ਲਾਉਂਦਾ ਰੱਬ ਨੇ ਸਾਨੂੰ ਬਚਾ ਲਿਆ। ਅਤੇ ਮੁਨਸ਼ੀ ਸਾਹਿਬ ਇੱਥੇ ਬਿਸ਼ਤੀ ਮਕਬਰੇ 'ਚ ਦਫਨ ਨੇ, ਅੱਲਾ ਦੇ ਫਜ਼ਲ। ਉਹਨਾਂ ਦੀ ਬੇਗਮ ਬਹੁਤ ਨੇਕ ਸੀ। ਹਾਂਜੀ, ਉਹ ਜਦੋਂ ਭੱਠੇ 'ਚ ਸਾਰਾ ਰੱਖਿਆ, ਬੱਚੇ ਮੇਰੇ ਬਦਮਲੀ ਸਨ, ਅਤੇ 1 ਮਹੀਨਾ ਮੁਨਸ਼ੀ ਸਾਹਿਬ ਨੇ ਮੈਂ ਘਰ ਰਿਹਾ। ਉੱਥੇ ਖਾਣਾ ਖੂਣਾ ਉਹ ਹੀ ਖਵਾਉਂਦੇ ਰਹੇ ਸਨ। ਅਤੇ ਫਿਰ ਉਹ ਮੁਨਸ਼ੀ ਸਾਹਿਬ ਨੇ ਮੈਨੂੰ ਮਕਾਨ ਖਰੀਦ ਕੇ ਦਿੱਤਾ। ਘੁਮਿਆਰ ਫਿਰ ਉਹਨੂੰ ਆਉਂਦੇ ਸਨ, ਬਲਾਲ ਪਾਰਕ ਨਾਂ ਬਣ ਗਿਆ। ਉੱਥੇ ਉਹਨਾਂ ਨੇ ਮੈਨੂੰ ਮਕਾਨ ਖਰੀਦ ਕੇ ਦਿੱਤਾ। ਫਿਰ ਮੈਂ ਉੱਥੇ ਬੱਚੇ ਲੈ ਆਇਆ। ਫਿਰ ਮੇਰਾ ਇੱਕ ਦੋਸਤ ਸੀ ਮਨੋਵਰ, ਜਿਗਰੀ ਦੋਸਤ, ਉਹਨੇ ਵੀ ਉੱਥੇ ਮਕਾਨ ਕਿਰਾਏ 'ਤੇ ਲੈ ਕੇ ਪਹਿਲਾਂ ਉਹਨਾਂ ਦੁਕਾਨ ਪਾਈ ਟੋਟਾ ਮਾਰਕੀਟ 'ਚ। ਫਿਰ ਉੱਥੇ ਮਕਾਨ ਉਹਨਾਂ ਨੇ ਕਿਰਾਏ 'ਤੇ ਲੈ ਲਿਆ। ਫਿਰ ਉਹਨਾਂ ਨੇ ਉੱਥੇ ਬੱਚੀ ਬਣਾਏ ਮਾਸ਼ਾਅੱਲਾ। ਇਸ ਵੇਲੇ ਉਹਨਾਂ ਦਾ ਬੱਚਾ ਇੱਕ ਮੁਰੱਬੀ ਹੈ, ਇੱਕ ਬੈਂਕ ਮੈਨੇਜਰ ਹੈ, ਇੱਕ ਉੱਥੇ ਬਾਹਰ ਨੇ। ਅਤੇ ਬੜਾ ਅਫਸੋਸ ਹੋਇਆ, ਵਿਚਾਰੇ ਫੌਤ ਹੋ ਗਏ ਨੇ। ਇੱਥੇ ਹੀ ਡੈੱਡ ਬਾਡੀ ਆਈ, ਜਨਾਜ਼ਾ ਪੜ੍ਹਿਆ, ਇੱਥੇ ਹੀ ਦਫਨ ਨੇ। ਅਤੇ ਜਦੋਂ ਮੈਨੂੰ ਉਹਦੀ ਯਾਦ ਆਉਂਦੀ ਹੈ ਨਾ, ਮੇਰੀਆਂ ਅੱਖਾਂ ਪਾਣੀ ਨਾਲ ਭਰ ਜਾਂਦੀਆਂ। ਹਾਂ, ਬਹੁਤ। ਉਸ ਤੋਂ ਬਾਅਦ ਫਿਰ ਤੁਸੀਂ ਮਰੀਦ ਕੇ ਤੋਂ ਰਫਾ ਆ ਗਏ? ਮਰੀਦ ਕਿਹਾ ਤੇ ਜਨਾਬ ਮੇਰੇ ਬੇਟੇ ਮੁਬਾਰਕ ਅਹਿਮਦ ਨੂੰ ਜਾਮਿਆ 'ਚ ਦਾਖਲਾ ਮਿਲਿਆ। ਫਿਰ ਅਸੀਂ ਜਨਾਬ ਰਬੂਆ ਆ ਗਏ। ਰਬੂਆ ਆ ਕੇ ਮੈਂ ਇੱਟ ਬਜਰੀ ਦਾ ਕਾਰੋਬਾਰ, ਬੈਡਰੂਮ ਮਟੀਰੀਅਲ ਸ਼ੁਰੂ ਕੀਤਾ। ਹਾਂਜੀ, ਉਹ ਫਿਰ ਉਹ ਫੌਤ ਹੋ ਗਿਆ, ਦੂਸਰੇ ਸਾਲ 'ਚ ਸੀ। ਅਤੇ ਇੱਥੇ ਫਿਰ ਰਹਿੰਦੇ ਇੱਥੇ ਹੀ ਮਕਾਨ ਬਣਾ ਲਏ ਅਤੇ ਇੱਥੇ ਹੀ ਫਿਰ ਰਹੇ। ਪਹਿਲਾਂ ਆ ਕੇ ਕਿਰਾਏ 'ਤੇ ਰਹੇ, ਫਿਰ ਮਕਾਨ ਆਪਣਾ ਮਰੀਜ਼ਕਿਆਂ ਵਾਲਾ ਮਕਾਨ ਵੇਚਿਆ ਅਤੇ ਫਿਰ ਇੱਥੇ ਮਕਾਨ ਬਣਾ ਲਿਆ। ਹੁਣ ਦਾ ਮਕਾਨ ਵੀ ਸੀ ਬੜਾ ਮਸ਼ਹੂਰ। ਉਹ ਹੀ ਉੱਥੇ ਮਰੀਜ਼ ਕੇ ਸੀ ਨਾ। ਆਹੋ, ਉਹ ਛਰੀ ਵਾਲਾ ਸੀ। ਉਸ ਇੱਥੇ ਸਾਡਾ ਮਕਾਨ 10 ਮਰਲੇ ਦਾ ਛਰੀ ਵਾਲਾ ਸੀ। ਅਸੀਂ ਪਿੰਡੂ ਜਲਸੇ 'ਤੇ ਆਉਂਦੇ ਸਨ ਅਤੇ ਯੂਸਫ ਸਾਹਿਬ ਵਾਲੀ ਰਹਿੰਦੇ ਸੀ ਆਪਣੇ ਮਕਾਨ 'ਚ। ਇਹਨੇ ਮੁਰਗੀਆਂ ਰੱਖੀਆਂ ਹੁੰਦੇ ਨੇ, ਟਾਂਡੇ ਬੜੇ ਨੇ ਸਾਨੂੰ ਖਵਾਉਣੇ। ਇੱਕ ਸਮੀਉੱਲਾ ਜਰਮਨੀ, ਅੱਲਾ ਦੇ ਫਜ਼ਲ ਕਰਮ ਦਾ, ਉਹਨੇ ਮੇਰੀ ਦੁਕਾਨ ਛਡਾ ਦਿੱਤੀ ਕਿ ਨਮਾਜ਼ਾਂ ਪੜ੍ਹਿਆ ਕਰੋ। LCD ਲਵਾ ਦਿੱਤੀ। ਮੈਂ ਅੱਲਾ ਦੇ ਫਜ਼ਲ ਕਰਮ ਰਹਿਮਤੀ ਲਾ ਛੱਡਣਾ। ਰੋਜ਼ੇ ਅੱਲਾਹ ਤਾਲਾ ਸਾਰੇ ਰਖਵਾਏ ਨੇ, ਹੁਣ ਵੀ ਮੈਂ ਰੱਖ ਰਿਹਾ ਵਾਂ। ਅਤੇ ਖਲੀਫਾ ਰਾਬਿਆ ਰਹਿਮਹੁੱਲਾ ਦਾ ਮੈਂ ਰੋਜ਼ਾਨਾ 1 ਵਜੇ ਨਮਾਜ਼ ਸਾਡੀ 12 ਮਹੀਨੇ ਇੱਥੇ ਹੁੰਦੀ ਹੈ ਸਾਡੇ ਮਹੱਲੇ ਦੀ ਜ਼ੋਰ। ਅਤੇ ਮੈਂ ਜਾ ਕੇ ਤੇ MTA ਲਾਉਣਾ ਅਤੇ ਖਲੀਫਾ ਰਾਬਿਆ ਰਹਿਮਹੁੱਲਾ ਦਾ ਖੁਤਬਾ ਦਰਸ ਸੁਣਨਾ। ਫਿਰ 6 ਵਜੇ ਲੱਗਦਾ, ਉਹ ਵੀ ਸੁਣਨਾ। ਫਿਰ ਬੰਦ ਕਰਕੇ ਤੇ ਆ ਕੇ ਮਗਰਬ ਪੜ੍ਹ ਕੇ ਫਿਰ ਜਾ ਕੇ ਲਾ ਕੇ ਸੁਣਨਾ ਵਾ। ਫਿਰ ਉਦੋਂ ਖਤਮ ਹੁੰਦਾ ਉਦੋਂ। ਅਤੇ ਮੈਂ ਦੁਕਾਨਦਾਰੀ ਇੱਥੇ ਕਰਦਾ ਹਾਂ। ਅਤੇ ਮਗਰਬ ਪੜ੍ਹਨ ਮੈਂ ਆਇਆ ਨਾ, ਅਤੇ ਮੁਰੱਬੀ ਸਾਹਿਬ ਆਂਦੇ ਨੇ ਚੌਧਰੀ ਸਾਹਿਬ ਹੈ ਤੁਹਾਡੇ ਇਲਾਕੇ ਦਾ ਮੁੰਡਾ ਆਇਆ। ਉਹ ਨਮਾਜ਼ 'ਤੇ ਥੋੜ੍ਹਾ ਟਾਈਮ ਸੀ ਅਤੇ ਉਹ ਮਸਜਿਦ 'ਚ ਆ ਗਏ ਹਾਂ ਅਤੇ ਉਹ ਨਮਾਜ਼ ਪੜ੍ਹੀ ਹੈ। ਨਮਾਜ਼ ਪੜ੍ਹ ਕੇ ਉਹਨੂੰ ਮੈਂ ਪੁੱਛਿਆ ਵੀ ਸੁਣਾ ਤੂੰ ਪੁੱਤਰ ਕਿੱਥੋਂ ਆਇਆ? ਉਹ ਆਂਦਾ ਮੈਂ ਆਇਆ ਲੱਦੇ ਖੁੰਡੇ ਤੋਂ। ਸਾਡੇ ਰੇਲਵੇ ਸਟੇਸ਼ਨ ਨੇ ਲੱਦੇ ਖੁੰਡੇ ਅਤੇ ਪਿੰਡ ਵੀ ਨਾਲ ਲੱਦੇ ਖੁੰਡੇ ਆ। ਉਹਨੂੰ ਮੈਂ ਪੁੱਛਿਆ ਕਿ 2 ਬੰਦਿਆਂ ਨੂੰ ਨਾ ਦੱਸਿਆ। ਮੇਰਾ ਯਕੀਨ ਹੋ ਗਿਆ ਕਿ ਵਾਕਈ ਇਹ ਲੱਦੇ ਖੁੰਡੇ ਦਾ। ਅਤੇ 12 ਜਮਾਤਾਂ ਪੜ੍ਹੇ। ਉਹਨੂੰ ਰਾਤ ਘਰ ਸਵਾਇਆ। ਚਲੋ 3-4 ਦਿਨ ਉਹਨੂੰ ਘਰ ਰੱਖਿਆ। ਉਹਨੇ ਆਖਿਆ, ਮੈਂ ਆਖਿਆ ਇੱਥੇ ਕੋਈ ਰਿਸ਼ਤੇਦਾਰ ਕੋਈ ਯਾਰ ਦੋਸਤ? ਉਹਨੇ ਆਖਿਆ ਨਹੀਂ, ਮੈਂ ਚਾਚਾ ਜੀ
ਸਿਰਫ ਇਹ ਵੇਖਣਾ ਮੈਂ ਮੌਲਵੀਆਂ ਕੋਲ ਸੁਣਿਆ ਕਿ ਮਰਜ਼ਈ ਜਿਹੜੇ ਨੇ ਨਾ ਉਹ ਮੁਹੰਮਦ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਦੇ ਹੀ ਨਹੀਂ ਅਤੇ ਨਾਲੇ ਦੋਜ਼ਖ ਜੰਨਤ ਬਣਾਇਆ। ਉਹਨੂੰ ਮੈਂ ਸਵੇਰੇ ਸਾਈਕਲ 'ਤੇ ਮਗਰ ਬਿਠਾਇਆ, ਮੈਂ ਸਾਈਕਲ ਰੇਸ ਫਸਟ ਆਉਂਦਾ ਰਿਹਾ ਅਤੇ ਸਾਈਕਲ ਚਲਾਉਣਾ ਮੇਰਾ ਬੜਾ ਫਨ ਹੈ। ਉਹਨੂੰ ਮੈਂ ਪਿਛਲੇ ਦਾ ਬਿਠਾਇਆ, ਉਹਨੂੰ ਮੈਂ ਆਮ ਕਬਰਸਤਾਨ 'ਚ ਖੜਿਆ, ਉਹ ਬਿਸ਼ਤੀ ਮਕਬਰੇ 'ਚ ਉਹਨੂੰ ਮੈਂ ਲੈ ਗਿਆ, ਉੱਥੇ ਉਹਨੇ ਮੇਰੇ ਨਾਲ ਦੁਆ ਕੀਤੀ ਹੈ। ਬਿਸ਼ਤੀ ਉੱਥੇ ਮੈਂ ਉਹਨੂੰ ਦਾਰ ज़ियाफ़त ਲੈ ਗਿਆ, ਉੱਥੇ ਸਾਹਮਣੇ शेर के लिखा ਸੀ वो पेशवा हमारा जैसे नूर सारा नाम उसका है मोहम्मद दिल भर मेरा यही है साहब पै गए पैगंबर पढ़ के ना तो इंज हो गया कंबिया। मैं आख्या ये अल्लाह का फजल हो गया। ਉਹਨੂੰ ਮੈਂ ਕਿਹਾ ਹੋਇਆ ਕੀ? ਉਹਨੇ ਆਖਿਆ ਤੁਸੀਂ ਮਰਜ਼ਈ ਕਿਵੇਂ ਕਰਦੇ? ਮੈਂ ਕਿਹਾ ਮਰਜ਼ਈਆਂ ਦਾ ਨਾਂ ਨਾ ਲੈ, ਅਸੀਂ ਅਹਿਮਦੀ ਹਾਂ। ਆਖਿਆ ਮੈਨੂੰ ਅਹਿਮਦੀ ਕਰ। ਮੈਂ ਕਿਹਾ ਨਹੀਂ 2-4 ਦਿਨ ਰਹੋ। ਉਹ ਮੇਰੇ ਕੋਲ 5-4 ਦਿਨ ਰਿਹਾ। ਅਖੀਰ ਉਹ ਬੈਤ ਫਾਰਮ ਪੂਰ ਕਰਕੇ ਗਿਆ। ਮੈਂ ਕੋਈ 6 ਮਹੀਨੇ ਲੰਘੇ ਅਤੇ ਮੈਂ ਕਿਹਾ ਮੈਂ ਪਤਾ ਤਾਂ ਉਹਦਾ ਕਰਾਂ। ਇੱਥੋਂ ਮੈਂ ਗਿਆ ਲੱਦੇ ਖੁੰਡੇ ਉਤਰਿਆ ਬੱਸ ਸਟਾਪ 'ਤੇ, ਉੱਥੋਂ ਉਤਰ ਕੇ ਅਤੇ ਪੁੱਛਿਆ, ਲੈ ਗਿਆ ਉੱਥੇ ਦੂਰੋਂ ਵੇਖ ਕੇ ਨਾ ਦੌੜਾ ਨਗੋਟੀ ਬੰਨ੍ਹਦੇ ਨੇ ਸਾਡੇ ਜੱਟ ਜਿਹੜੇ ਹੁੰਦੇ ਨੇ ਨਾ, ਲਾ ਪੁੱਟਣ ਲੱਗੇ ਇੱਕੋ ਹੀ ਕੱਛਾ ਪਾਉਂਦੇ ਨੇ, ਅਸੀਂ ਉਹ ਤਹਿਮਤ ਦੀ ਬੰਨ੍ਹ ਕੇ ਥੱਲੇ ਤਾਂ ਨੂੰ ਖਿੱਚ ਲੈਂਦੇ ਹਾਂ। ਉਹ ਦੂਰੋਂ ਉਸ ਤਰ੍ਹਾਂ ਕੱਪੜੇ ਉਹਨੇ ਰੱਖੇ ਸਨ, ਲਾ ਕੇ ਆ ਕੇ ਮਿਲਿਆ ਜੱਫੀ ਪਾ ਕੇ ਅਤੇ ਮੈਂ ਕਿਹਾ ਨਹਾ ਧੋ ਲੈ। ਮੈਂ ਕਿਹਾ ਤੂੰ ਲਾਭ ਪੋਲਿਆ ਨਹੀਂ ਹੁਣ ਲਾਭ ਸੁਝਣ ਰਹੀ ਚਾਚਾ ਜੀ, ਤੁਸੀਂ ਇੰਨੇ ਦਿਨ ਮੈਨੂੰ ਕੋਲ ਰੱਖਿਆ। ਅਸੀਂ ਆ ਗਏ ਘਰ, ਉਹਨੇ ਮੁਰਗਾ ਦੇਸੀ ਫੜਿਆ ਜਨਾਬ, ਚੰਗੀ ਦੋਹਰੀ ਤੇਰੀ ਰੋਟੀ ਪਕਵਾਈ, ਅਸੀਂ ਖਾਧੀ। ਉਹਨੂੰ ਨਾਲ ਮੈਂ ਖੜਿਆ ਜਨਾਬ, ਉੱਥੇ ਨਾਰਗ ਮੰਡੀ ਸਾਡੀ ਬੜੀ ਬਾਬਾ ਜਮਾ, ਯਾਨੀ 2-3 ਡਿਸ਼ਾਂ ਬਣਾਈਆਂ। ਮੈਨੂੰ ਨਹੀਂ ਨਾ ਉਰਦੂ ਆਉਂਦੀ, ਦੇਸੀ ਬੰਦਾ ਵਾਂ। ਹਾਂਜੀ, ਉਹ ਸੇਵੀਆਂ ਵੀ ਪਕਾਈਆਂ ਉਹਨਾਂ ਜਿਹੜੀਆਂ ਪੋਟੇ ਦੀਆਂ ਪੇਂਡੂ ਵੱਟਦੀਆਂ। ਮੈਂ ਦੱਸਣ ਲੱਗਾ ਨਾ ਉਹ ਸੇਵੀਆਂ ਜਿਹੜੀਆਂ ਪਿੰਡ ਬੀਬੀਆਂ ਨਹੀਂ ਵੱਟਦੀਆਂ, ਸ਼ਹਿਰਾਂ 'ਚ ਨਹੀਂ ਵੱਟਦੀਆਂ, ਉਹ ਫਿਰ ਉਹਨੇ ਮੁਰਗਾ ਕੀਤਾ ਦੇਸੀ, ਉਹ ਨਾਲ ਉਹਨੇ ਚੌਲ ਪਕਾਏ, ਨਾਲ ਰੋਟੀਆਂ। ਇਸ ਤਰ੍ਹਾਂ 3-4 ਖਾਣੇ ਹੋ ਗਏ। ਇਹ ਇੱਥੇ ਸਾਡੇ ਲੱਗਦੀ ਕਾਨਫਰੰਸ ਮੌਲਵੀਆਂ ਦੀ, ਇਹ ਸਾਡਾ ਮਹੱਲਾ ਬਾਰਡਰ 'ਤੇ ਹੀ ਹੈ। ਉਹਨਾਂ ਦੀ ਕੰਧ ਵੀ ਸਾਡੀ ਮਸਜਿਦ ਨਾਲ ਲੱਗਦੀ ਹੈ। ਮੌਲਵੀ ਉਹਨੇ ਬੜਾ ਸਾਡੇ 3-4 ਘਰ ਉੱਥੇ ਅਹਿਮਦੀਆਂ ਨੇ ਬੜਾ ਤੰਗ ਕੀਤਾ। ਇੱਥੇ ਅੱਛਾ, ਉਹ ਨਾ ਉੱਥੇ ਕਾਨਫਰੰਸ ਲੱਗਦੀ ਹੈ ਅਤੇ ਉਹ ਲਾਹੌਰੋਂ ਆਏ ਹਨ 4-5 ਬੰਦੇ। ਉਹਨਾਂ ਦੇ ਵਿੱਚੋਂ ਉਹ ਚਾਰੇ ਹੀ ਆਏ ਨੇ ਸਾਡੇ ਵੱਲ ਨੂੰ ਮੇਰੀ ਦੁਕਾਨ 'ਤੇ। ਉਹ ਆਂਦੇ ਨੇ ਕਿ ਅਸੀਂ ਰਬੂਆ ਵੇਖਣਾ। ਉਹਨੂੰ ਮੈਂ ਕਿਹਾ ਯਾਰ ਰਬੂਆ ਆਇਆ ਹੀ ਹੈ, ਇਹ ਨਹੀਂ ਅਸਾਂ ਵੇਖਣਾ। ਮੈਂ ਉਹਨਾਂ ਨਾਲ ਚੋਂ ਲੈ ਗਿਆ, ਫਰਾਇਆ ਟਰਾਇਆ, ਦਾਰੋ ज़ियाफ़त ਵਿਖਾਈ, ਅੰਦਰ ਨਾ ਗਏ, ਬਾਹਰੋਂ ਬਾਹਰ ਆ ਗਏ ਫਰਾ ਟਰਾ ਕੇ। ਮੈਂ ਕਿਹਾ ਵੇਖ ਲਓ ਤੁਸੀਂ, ਉਹ ਗਾਲਾਂ ਕੱਢਦੇ ਨੇ ਨਾ ਅਤੇ ਸਾਡੇ ਚੁੱਪ ਕਰਕੇ ਸੁਣਦੇ ਨੇ ਗਾਲੀਆਂ ਸੁਣ ਕੇ। ਮੈਂ ਦੁਆ ਦਿਓ ਅਸੀਂ, ਅਤੇ ਮੈਂ ਕਿਹਾ ਅਹਿਮਦੀ ਇਹ ਕਰਨੇ ਆ ਅਤੇ ਉਹ ਗਾਲਾਂ ਤੁਸੀਂ ਸੁਣ ਨਹੀਂ ਰਹੇ ਹੋ। ਉਹਨਾਂ 'ਚ ਇੱਕ ਬੰਦਾ ਸਾਡੇ ਇਲਾਕੇ ਦਾ ਸੀ, ਉਹਨੇ ਆਖਿਆ ਮੈਂ ਤਾਂ ਅਹਿਮਦੀ ਬਣਨਾ, ਉਹਨੇ ਅਹਿਮਦੀ ਬਣਾਇਆ। ਇੱਕ ਮੋਚੀ ਨੇ ਆ ਕੇ ਇੱਥੇ ਦੁਕਾਨ ਪਾਈ, ਉਹਨੇ ਵੀ ਅਹਿਮਦੀਅਤ ਕਬੂਲੀ। ਅੱਲਾ ਨੇ ਮੇਰੇ ਹੱਥੋਂ, ਅੱਲਾ ਹੀ ਕਰਦਾ ਮੇਰੇ ਹੱਥੋਂ, ਉਹਨਾਂ ਨੇ ਬੈਤ ਫਾਰਮ ਪੁਰ ਕੀਤੇ ਅੱਲਾ ਦੇ ਫਜ਼ਲ ਕਰ। ਤੁਹਾਡੀ ਉਮਰ ਜਿਹੜੀ ਤਕਰੀਬਨ 85 ਸਾਲ ਹੈ ਮਾਸ਼ਾਅੱਲਾ। ਮੇਰੀ ਉਮਰ ਤਕਰੀਬਨ 85 ਸਾਲ। ਤੇ ਦੱਸੋ ਕਿ ਤੁਹਾਡੇ ਉਸ ਦੌਰ ਦੇ ਜਿਹੜੀਆਂ ਖੁਰਾਕਾਂ ਸਨ ਔਰ ਅੱਜ ਦੀਆਂ ਖੁਰਾਕਾਂ ਦਾ ਕੀ ਫਰਕ ਹੈ? ਸਿਹਤ ਦਾ ਰਾਜ਼ ਅੱਲਾ ਮੇਰੀ ਲੰਬੀ ਜ਼ਿੰਦਗੀ। ਉਹ ਹਾਲਾਂ ਵੀ ਸਿਹਤ ਅੱਲਾ ਦਾ ਫਜ਼ਲ ਹੈ, ਹਾਲਾਂ ਵੀ ਮੈਂ ਦੇਸੀ ਘਿਓ ਜਿਹੜਾ ਨਾ ਖਾਨਾ, ਹਾਲਾਂ ਵੀ। ਉਦੋਂ ਦੀਆਂ ਖੁਰਾਕਾਂ ਅੱਛੀਆਂ ਸਨ। ਅਸੀਂ ਜਦੋਂ ਪੈਲੀਆਂ ਵਾਹੁੰਦੇ ਸਨ ਉਹਨੂੰ ਕੋਈ ਖਾਦ ਸ਼ਾਦ ਨਹੀਂ ਸਾਂ ਪਾਉਂਦੇ। ਜਿਹੜੇ ਅਸੀਂ ਸਬਜ਼ੀਆਂ ਕਰਦੇ ਹਾਂ ਉਹਨਾਂ 'ਚ ਰੂੜੀ ਡੰਗਰਾਂ ਦਾ ਉਹ ਜਿਹੜਾ ਗੋਬਰ ਕਰਦੇ ਨਾ ਗੋਇਆ, ਉਹ ਗੱਡਿਆਂ ਨਾਲ ਲਿਆ ਕੇ ਪੈਲੀਆਂ 'ਚ ਖਿਲਾਰਨਾ। 300 ਮਣ ਆਲੂ ਸਾਡੇ ਨਿਕਲਦੇ ਹੁੰਦੇ ਸਨ। ਤੰਬਾਕੂ ਦੀ ਆਲੂ ਦੀ ਫਸਲ ਸੀ ਸਾਡੀ। ਅਤੇ ਉਦੋਂ ਸਾਨੂੰ ਵੱਡੇ ਜਿਹੜੇ ਪਰੌਂਠੀਆਂ ਦੇਸੀ ਘਿਓ ਦੀਆਂ ਅਤੇ ਨਾਲ ਮੱਖਣ ਅਤੇ ਨਾਲ ਸ਼ੱਕਰ ਅਤੇ ਨਾਲ ਇੱਕ ਅੰਬੀ ਦੀ ਫਾੜੀ ਅਤੇ ਇੱਕ ਲਸੂੜਾ। ਹਾਂਜੀ, ਉਦੋਂ ਸਾਡੀ ਖੁਰਾਕ ਇਹ ਸੀ, ਲੱਸੀ ਰੱਜ ਕੇ ਪੀਣੀ, ਜੱਗ ਲੱਸੀ ਦਾ ਪੀ ਜਾਣਾ। ਮੈਂ ਆਪ ਮੇਥੋਂ ਦੂਸਰੇ ਥਾਂ ਵੱਡਾ ਭਰਾ ਸੀ, ਅੱਧਾ ਕਿਲੋ ਘਿਓ ਪੀ ਕੇ ਤੇ ਹਜ਼ਮ ਕਰ ਛੱਡਦਾ ਹੁੰਦਾ ਸੀ। ਫੌਤ ਹੋ ਗਿਆ ਹੁਣ ਉਹ। ਅਸੀਂ 7 ਭਰਾ ਸਾਂ, 2 ਪਿੰਡ ਦਫਨ ਨੇ ਅਤੇ 3 ਇੱਥੇ ਰਬੂਆ ਦਫਨ ਨੇ ਅਤੇ 2 ਅਸੀਂ ਹੈਗੇ ਹਾਂ। ਅੱਲਾਹ ਤਾਲਾ ਲੰਬੀ ਜ਼ਿੰਦਗੀ ਦੇ ਦੇਣ। ਬਹੁਤ ਬਹੁਤ ਸ਼ੁਕਰੀਆ ਸਾਹਿਬ। ਠੀਕ। ਵਾਲੇਕੁਮ ਸਲਾਮ ਰਹਿਮਤੁਲਾਹਿ व बरकातहू।